परम सत्कारयोग साध संगत जी, सारे ही अपनी रसना पवित्र करिए ते आखिए धन श्री सतगुरु जगजीत सिंह जी, धन श्री सतगुरु उदय सिंह जी। साध संगत जी, अज दी साखी दा सरलेख है सतगुर सिख की करे प्रतिपाल। मंडी रहन वाले सतगुरु जगजीत सिंह जी दे एक सिद्दकी सिख हन सेठ भजनीक सिंह जी। वो सतगुरु जी दे बड़े ही श्रद्धालु हन। वो अपने नाल बीती घटना इस तरह सुनाते हैं। तकरीबन 11-12 साल की गल है। पूरा समा उन्होंने याद नहीं। सतगुरु जगजीत सिंह सच्चे पातशाह जी ने उन्होंने हुक्म किया कि सेठ जी तुसी अज तो लैके गड्डी नहीं चलानी। हालांकि वो सच्चे पातशाह जी की किरपा नाल बड़ी वधिया गड्डी चला लेंदे सन। वो आप गड्डी चला के कई बार दिल्ली भी गए सन अते जीवन नगर अते मस्तानगढ़ होले ते भी आप ही गड्डी चला के गए सन। पर गड्डी ना चलान दे इस हुक्म विच की रजा सी ਇਹ ਉਹੀ ਜਾਣਦੇ ਸਨ। ਉਸ ਤੋਂ ਬਾਅਦ ਇੱਕ ਵਾਰੀ ਉਹਨਾਂ ਦੀ ਸਿੰਘਣੀ ਅਤੇ ਬੇਟਾ ਚੰਡੀਗੜ੍ਹ ਗਏ ਹੋਏ ਸਨ। ਉੱਥੇ ਕੁਝ ਕੋਠੀ ਦਾ ਕੰਮ ਕਰਾਉਣਾ ਸੀ। ਇੱਕ ਦਿਨ ਕਿਸੇ ਜ਼ਰੂਰੀ ਕੰਮ ਵਾਸਤੇ ਉਹਨਾਂ ਨੂੰ ਮੰਡੀ ਆਉਣਾ ਪਿਆ। ਉਹਨਾਂ ਦੇ ਬੇਟੇ ਨੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਤੁਸੀਂ ਗੱਡੀ ਨਹੀਂ ਚਲਾਣੀ, ਮੈਂ ਤੁਹਾਨੂੰ ਛੱਡ ਆਉਂਦਾ ਹਾਂ। ਪਰ ਉਹ ਸੱਚੇ ਪਾਤਸ਼ਾਹ ਜੀ ਦਾ ਹੁਕਮ ਭੁੱਲ ਗਏ ਅਤੇ ਕਹਿਣ ਲੱਗੇ ਕਿ ਕੋਈ ਗੱਲ ਨਹੀਂ, दिन का वेला है, मैं ही गड्डी चला के लै जावांगा। ए आके वो कल्ले ही अरदासा करके गड्डी चला के चल पए। रोपड़ तो कोई 1 मील लगे आए तो पता ही नहीं लगा कि कदों गड्डी सड़क पार करके सज्जे पासे चल पई। अगों डूंगे पानी का वड्डा सारा टोया सी जो 9-10 फुट डूंगा सी अते 10-12 फुट चौड़ा सी। पता ही नहीं लगा कि किस तरह उन्हां दी गड्डी ਉਹ ਟੋਇਆ ਛਾਲ ਮਾਰ ਕੇ ਟੱਪ ਗਈ ਅਤੇ ਅੱਗੇ ਇੱਕ ਦਰਖਤ ਨਾਲ ਜਾ ਵੱਜੀ। ਵੱਜਣ ਨਾਲ ਗੱਡੀ ਦਾ ਅਗਲਾ ਹਿੱਸਾ ਤੇ ਵਿੱਚੋਂ ਸਟੀਅਰਿੰਗ ਉਹਨਾਂ ਦੀ ਛਾਤੀ ਨਾਲ ਵੱਜ ਕੇ ਡਿੰਗਾ ਹੋ ਗਿਆ। ਪਰ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਵਾਲ ਬਚਾ ਲਿਆ। ਜਿਸ ਵੇਲੇ ਉਹ ਗੱਡੀ ਵਿੱਚੋਂ ਬਾਹਰ ਆਏ ਤਾਂ ਸਾਹਮਣੇ 10-12 ਜ਼ਿਮੀਂਦਾਰ ਖਲੋਤੇ ਹੋਏ ਸਨ। ਉਹ ਭੱਜ ਕੇ ਉਹਨਾਂ ਕੋਲ ਆ ਗਏ। ਉਹ ਕਹਿਣ ਲੱਗੇ ਕਿ ਸਰਦਾਰ ਜੀ ਇਹ ਟੋਇਆ ਇੰਨਾ ਚੌੜਾ ਤੇ ਇੰਨਾ ਡੂੰਘਾ ਹੈ ਕਿ ਜੇ ਗੱਡੀ ਵਿੱਚ ਡਿੱਗ ਪੈਂਦੀ ਤਾਂ ਗੱਡੀ ਲੱਭਣੀ ਵੀ ਨਹੀਂ ਸੀ। ਪਰ ਅਸੀਂ ਆਪਣੀ ਅੱਖੀਂ ਵੇਖਿਆ ਹੈ ਕਿ ਜਿਸ ਵੇਲੇ ਆਪ ਦੀ ਗੱਡੀ ਟੋਏ ਪਾਸ ਆਈ ਤਾਂ ਉਸ ਵੇਲੇ 10-12 ਚਿੱਟੇ ਕੱਪੜਿਆਂ ਵਾਲੇ ਸ਼ਰੀਰਾਂ ਨੇ ਤੁਹਾਡੀ ਗੱਡੀ ਨੂੰ ਧੱਕਾ ਮਾਰਿਆ ਤੇ ਗੱਡੀ ਇਹ ਡੂੰਘਾ ਟੋਇਆ ਟੱਪ ਕੇ ਪਾਰ ਚਲੀ ਗਈ। ਉਹ ਕਹਿੰਦੇ ਹਨ ਕਿ ਉਹਨਾਂ ਨੂੰ ਫਿਰ ਸਤਿਗੁਰੂ ਜੀ ਦਾ ਬਚਨ ਯਾਦ ਆਇਆ ਕਿ ਮੈਂ ਉਹਨਾਂ ਦੇ ਬਚਨ ਦੀ ਉਲੰਘਣਾ ਕੀਤੀ ਸੀ, ਪਰ ਫਿਰ ਵੀ ਉਹਨਾਂ ਨੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਚੱਲਿਆ ਸਾਂ ਤਾਂ ਹੀ ਉਹਨਾਂ ਨੇ ਸਹਾਇਤਾ ਕੀਤੀ ਹੈ। ਉਸ ਤੋਂ ਬਾਅਦ ਉਹਨਾਂ ਗੱਡੀ ਨਹੀਂ ਚਲਾਈ। ਉਹ ਕਹਿੰਦੇ ਹਨ ਕਿ ਅਸੀਂ ਜੀ ਹਾਂ ਭੁੱਲਾਂ ਕਰਦੇ ਹਾਂ, ਪਰ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਨੂੰ ਭੁਲਾਉਂਦੇ ਨਹੀਂ ਅਤੇ ਰੱਖਿਆ ਕਰਦੇ ਨੇ। ਸਾਧ ਸੰਗਤ ਜੀ, ਇੱਕ ਹੋਰ ਸਾਖੀ ਹੈ, ਇਹ ਵੀ ਸੇਠ ਭਜਨੀਕ ਸਿੰਘ ਜੀ ਨੇ ਇੱਕ ਪੁਸਤਕ ਲਿਖਵਾਈ ਹੈ, ਉਹਦੇ ਵਿੱਚ ਇਹ ਸਾਖੀ ਹੈਗੀ ਹੈ। ਸੇਠ ਭਜਨੀਕ ਸਿੰਘ ਜੀ ਦੱਸਦੇ ਹਨ ਕਿ ਉਹਨਾਂ ਦੇ ਪਿਤਾ ਜੀ ਦੱਸਦੇ ਹਨ ਕਿ ਇੱਕ ਦਿਨ ਸਾਡੀ ਦੁਕਾਨ 'ਤੇ ਇੱਕ ਗਾਹਕ ਹਿੰਦੂ ਪਰਿਵਾਰ ਤੋਂ ਆਇਆ ਤੇ ਮੇਰੇ ਪਿਤਾ ਸਰਦਾਰ ਗੋਪਾਲ ਸਿੰਘ ਜੀ ਨੂੰ ਕਹਿਣ ਲੱਗਾ ਕਿ ਮੇਰਾ ਜੀ ਕਰਦਾ ਹੈ ਕਿ ਮੈਂ ਆਪਣੀ ਲੜਕੀ ਦਾ ਵਿਆਹ ਆਪਣੇ ਲੜਕੇ ਸਰਦਾਰ ਹਰਬੰਸ ਸਿੰਘ ਜੀ ਨਾਲ ਕਰ ਦੇਵਾਂ। ਸੋ ਤੁਸੀਂ ਮੇਰੀ ਅਰਜ਼ ਨੂੰ ਮੰਨ ਲਵੋ। ਅੱਗੋਂ ਸਾਡੇ ਦਾਦਾ ਜੀ ਕਹਿਣ ਲੱਗੇ ਕਿ ਅਸਾਂ ਸਤਿਗੁਰੂ ਜੀ ਦੀ ਆਗਿਆ ਤੋਂ ਬਗੈਰ ਤੇ ਕੁਝ ਵੀ ਨਹੀਂ ਕਰਨਾ। ਅੱਗੋਂ ਕਹਿਣ ਲੱਗਾ ਕਿ ਤੁਸੀਂ ਸਤਿਗੁਰੂ ਜੀ ਨੂੰ ਸਾਡੇ ਵੱਲੋਂ ਅਰਜ਼ ਕਰ ਦੇਣੀ ਤੇ ਆਗਿਆ ਲੈ ਲੈਣੀ। ਕੁਝ ਦਿਨਾਂ ਬਾਅਦ ਸਾਡੇ ਦਾਦਾ ਜੀ ਸਰਦਾਰ ਗੋਪਾਲ ਸਿੰਘ ਜੀ ਨੇ ਸੱਚੇ ਪਾਤਸ਼ਾਹ ਸਾਧੂ ਪ੍ਰਤਾਪ ਸਿੰਘ ਜੀ ਪਾਸ ਅਰਜ਼ ਕੀਤੀ ਤੇ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਉਹ ਲੜਕੀ ਜ਼ਰੂਰ ਲਵੋ, ਜਿਸ ਦਾ ਨਾਂ ਬੀਬੀ ਜੋਗਿੰਦਰ ਕੌਰ ਸੀ।
ਉਹ ਬੀਬੀ ਜ਼ਰੂਰ ਲਿਆਉਣੀ ਹੈ। ਉਹ ਜੋ ਕਹਿੰਦੇ ਹਨ ਕਰੋ। ਸੋ ਦੁਬਾਰਾ ਜਿਸ ਵੇਲੇ ਉਹ ਸੱਜਣ ਦੁਕਾਨ 'ਤੇ ਆ ਕੇ ਪੁੱਛਣ ਲੱਗਾ ਕਿ ਸੱਚੇ ਪਾਤਸ਼ਾਹ ਜੀ ਨੇ ਕੀ ਹੁਕਮ ਕੀਤਾ ਹੈ, ਅੱਗੋਂ ਮੇਰੇ ਦਾਦਾ ਜੀ ਸਰਦਾਰ ਗੋਪਾਲ ਸਿੰਘ ਜੀ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੋ ਗਿਆ ਹੈ ਕਿ ਉਹ ਬੀਬੀ ਜ਼ਰੂਰ ਲਿਆਉਣੀ ਹੈ। ਸੋ ਫਿਰ ਉਹ ਕਹਿਣ ਲੱਗੇ ਕਿ ਤੁਸੀਂ ਕਦੋਂ ਵਿਆਹ ਵਾਸਤੇ ਬਰਾਤ ਲੈ ਕੇ ਆਵੋਗੇ। ਅੱਗੋਂ ਸਾਡੇ ਦਾਦਾ ਜੀ ਕਹਿਣ ਲੱਗੇ ਕਿ ਅਸੀਂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸਾਦਾ ਹੀ ਵਿਆਹ ਕਰਦੇ ਹਾਂ, ਸਾਨੂੰ ਬਰਾਤ ਲੈ ਕੇ ਆਉਣ ਦਾ ਹੁਕਮ ਨਹੀਂ ਹੈ। ਅੱਗੋਂ ਉਹ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਅੱਗੇ ਸਾਡੇ ਵੱਲੋਂ ਅਰਜ਼ ਕਰ ਦਿਓ ਕਿ ਉਹ ਕਹਿੰਦੇ ਹਨ ਕਿ ਅਸੀਂ ਬਰਾਤ ਨਾਲ ਵਿਆਹ ਕਰਨਾ ਹੈ। ਸੋ ਸਾਡੇ ਦਾਦਾ ਜੀ ਫਿਰ ਸੱਚੇ ਪਾਤਸ਼ਾਹ ਜੀ ਪਾਸ ਜਾ ਕੇ ਅਰਜ਼ ਕੀਤੀ ਕਿ ਉਹ ਇਸ ਤਰ੍ਹਾਂ ਕਹਿੰਦੇ ਹਨ ਕਿ ਜ਼ਰੂਰ ਬਰਾਤ ਲੈ ਕੇ ਆਵੋ। ਅੱਗੋਂ ਸੱਚੇ ਪਾਤਸ਼ਾਹ ਸ੍ਰੀ ਸਾਗੂ ਪ੍ਰਤਾਪ ਸਿੰਘ ਜੀ ਨੇ ਹੁਕਮ ਕੀਤਾ ਕਿ ਉਹ ਜੋ ਕੁਝ ਕਹਿੰਦੇ ਹਨ ਕਰੋ, ਪਰ ਉਹ ਬੀਬੀ ਜ਼ਰੂਰ ਲਿਆਉਣੀ ਹੈ। ਸੋ ਇਸ ਤਰ੍ਹਾਂ ਹੀ ਹੋਇਆ ਕਿ ਸਾਡੇ ਦਾਦਾ ਜੀ ਬਰਾਤ ਲੈ ਕੇ ਗਏ ਤੇ ਉਹਨਾਂ ਦੇ ਆਪਣੇ ਰਸਮੋ ਰਿਵਾਜ ਨਾਲ ਵਿਆਹ ਹੋਇਆ। ਮੇਰੇ ਪਿਤਾ ਜੀ ਜਦੋਂ ਵਿਆਹ ਕਰਕੇ ਘਰ ਆਏ ਤੇ ਸਾਡੇ ਘਰ ਸੰਤ ਮੋਹਨ ਸਿੰਘ ਜੀ ਆਏ ਹੋਏ ਸਨ। ਸੰਤ ਮੋਹਨ ਸਿੰਘ ਜੀ ਬੜੇ ਪੂਜਨ ਮੰਨੇ ਹੋਏ ਸਾਧੂ ਸਨ। ਉਹਨਾਂ ਨਾਲ ਸੰਤ ਤੇਜਾ ਸਿੰਘ ਜੀ, ਸੰਤ ਉਜਾਗਰ ਸਿੰਘ ਜੀ ਲਾਂਗਰੀ ਤੇ ਹੋਰ ਸੇਵਕ ਹੁੰਦੇ ਸਨ। ਸਾਡੇ ਘਰ ਉਹਨਾਂ ਦਾ ਬਹੁਤ ਆਣਾ ਜਾਣਾ ਹੁੰਦਾ ਸੀ। ਇਹ ਸੰਤ ਮੋਹਨ ਸਿੰਘ ਜੀ ਬਾਰੇ ਸੇਠ ਭਜਨੀਕ ਸਿੰਘ ਜੀ ਨੇ ਥੋੜ੍ਹਾ ਦੱਸਿਆ ਹੈ ਕਿ ਸੰਤ ਮੋਹਨ ਸਿੰਘ ਜੀ ਕੌਣ ਸਨ। ਤੇ ਸੰਤ ਮੋਹਨ ਸਿੰਘ ਜੀ ਆਏ ਹੋਏ ਸਨ। ਉਹਨਾਂ ਆਉਂਦਿਆਂ ਹੀ ਸਾਡੇ ਝਾਈ ਜੀ ਯਾਨੀ ਮਾਤਾ ਜੀ ਨੂੰ ਕਿਹਾ ਕਿ ਬੀਬੀ ਅਸੀਂ ਨਾਮਧਾਰੀ ਹਾਂ, ਸਾਡੇ ਸਤਿਗੁਰ ਜੀ ਦਾ ਹੁਕਮ ਹੈ ਕਿ ਸਫੇਦ ਬਸਤਰ ਪਹਿਨਣੇ ਤੇ ਮਰਿਆਦਾ ਰੱਖ ਲਵੋ। ਤੇ ਮਰਿਆਦਾ ਰੱਖ ਲਵੋ। ਸੋ ਸਾਡੇ ਝਾਈ ਜੀ ਨੇ ਜਰਾ ਵੀ ਮਹਿਸੂਸ ਨਹੀਂ ਕੀਤਾ। ਉਸੇ ਦਿਨ ਉਸੇ ਵਕਤ ਰੰਗਦਾਰ ਕੱਪੜੇ ਲਾ ਕੇ ਸਫੇਦ ਬਸਤਰ ਪਾ ਲਏ ਤੇ ਗਹਿਣੇ ਵਗੈਰਾ ਵੀ ਲਾ ਦਿੱਤੇ। ਉਸੇ ਦਿਨ ਅੰਮ੍ਰਿਤ ਛਕ ਕੇ ਸੋਧ ਮਰਿਆਦਾ ਵੀ ਰੱਖ ਲਈ। ਉਸ ਤੋਂ ਬਾਅਦ ਜਦੋਂ ਪਿਤਾ ਜੀ ਤੇ ਸਾਡੇ ਮਾਤਾ ਜੀ 1 ਮਹੀਨੇ ਪਿੱਛੋਂ ਪਹਿਲੀ ਵਾਰ ਪਿੰਡ ਗਏ ਤਾਂ ਉਹਨਾਂ ਅੱਗੋਂ ਬੜਾ ਕੁਝ ਇੰਤਜ਼ਾਮ ਕੀਤਾ ਹੋਇਆ ਸੀ, ਯਾਨੀ ਲੜਕੀ ਵਾਲਿਆਂ ਨੇ ਹਲਵਾਈ ਵਗੈਰਾ ਸੱਦੇ ਹੋਏ ਸਨ ਤੇ ਸਾਰੇ ਪਿੰਡ ਦਾ ਖਾਣਾ ਆਖਿਆ ਹੋਇਆ ਸੀ। ਪਰ ਸਾਡੇ ਝਾਈ ਜੀ ਨੇ ਜਾਂਦਿਆਂ ਹੀ ਕਹਿ ਦਿੱਤਾ ਸੀ ਕਿ ਅਸੀਂ ਮਰਿਆਦਾ ਰੱਖ ਲਈ ਹੋਈ ਹੈ, ਸੋ ਤੁਸੀਂ ਸਾਨੂੰ ਆਪਣੇ ਦੋਵਾਂ ਜੀਆਂ ਦੀ ਰੋਟੀ ਪਕਾ ਲੈਣ ਦਿਓ। ਸੋ ਉਹਨਾਂ ਨੂੰ ਮੰਨਣਾ ਪਿਆ ਤੇ ਸਾਡੇ ਝਾਈ ਜੀ ਨੇ ਵੱਖਰੀ ਜਗ੍ਹਾ 'ਤੇ ਸਫੇਦੀ ਕਰਕੇ ਪੋਚਾ ਵਗੈਰਾ ਫੇਰ ਕੇ ਆਪਣੀ ਹੀ ਦੋਵਾਂ ਜਣਿਆਂ ਦੀ ਸੋਧ ਦੀ ਰੋਟੀ ਬਣਾਈ, ਸੋਧ ਦਾ ਉਹਨਾਂ ਨੇ ਲੰਗਰ ਪਕਾਇਆ। ਸਾਧ ਸੰਗਤ ਜੀ, ਛੋਟੀ ਜਿਹੀ ਇੱਕ ਸਾਖੀ ਹੋਰ ਹੈ, ਸੇਠ ਭਜਨੀਕ ਸਿੰਘ ਜੀ ਨੇ ਦੱਸੀ ਹੈ ਕਿ ਇੱਕ ਵਾਰੀ ਸ਼ਾਇਦ ਤਕਰੀਬਨ ਸਨ 1930 ਦੀ ਗੱਲ ਹੈ। ਉਦੋਂ ਮੈਂ ਅੰਦਾਜ਼ਨ 6 ਕੁ ਸਾਲ ਦਾ ਸਾਂ। ਅਸੀਂ ਅੰਮ੍ਰਿਤਸਰ ਆਏ ਹੋਏ ਸਾਂ ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਸਰਾਂ ਵਿੱਚ ਠਹਿਰੇ ਸਾਂ। ਦੂਜੇ ਦਿਨ ਮੈਨੂੰ ਬੁਖਾਰ ਹੋ ਗਿਆ। ਪਿਤਾ ਜੀ ਝਾਈ ਜੀ ਨੂੰ ਕਹਿਣ ਲੱਗੇ ਕਿ ਭਜਨੀਕ ਸਿੰਘ ਨੂੰ ਬੁਖਾਰ ਹੋ ਗਿਆ ਹੈ, ਮੈਂ ਇਸ ਨੂੰ ਕੰਪਨੀ ਬਾਗ ਵਿੱਚ ਫਿਰਾ ਤੁਰਾ ਲਿਆਵਾਂ। ਜਦੋਂ ਅਸੀਂ ਗਏ, ਅੱਗੇ ਰਸਤੇ ਵਿੱਚ ਬੱਸ ਸਟੈਂਡ ਹੁੰਦਾ ਸੀ। ਉੱਥੇ ਬੱਸ ਵਿੱਚ ਸੰਤ ਮੋਹਨ ਸਿੰਘ ਜੀ ਬੈਠੇ ਸਨ ਤੇ ਤਰਨ ਤਾਰਨ ਜਾ ਰਹੇ ਸਨ। ਪਿਤਾ ਜੀ ਨੇ ਜਾ ਦਰਸ਼ਨ ਕੀਤੇ ਤੇ ਅਰਜ਼ ਕੀਤੀ ਕਿ ਅੱਜ ਅਸੀਂ ਇੱਥੇ ਆਏ ਹਾਂ ਤੇ ਸਟੇਸ਼ਨ ਦੇ ਸਾਹਮਣੇ ਸਰਾਂ ਵਿੱਚ ਰਾਤ ਰਹਿਣਾ ਹੈ ਤੇ ਤੁਸੀਂ ਸਾਨੂੰ ਦਰਸ਼ਨ ਦਿਓ। ਸੰਤ ਜੀ ਉਸੇ ਵੇਲੇ ਬੱਸ ਤੋਂ ਉਤਰ ਗਏ, ਟਿਕਟ ਵੀ ਵਾਪਸ ਨਹੀਂ ਕੀਤੀ, ਸਾਡੇ ਨਾਲ ਸਰਾਂ ਵਿੱਚ ਆ ਗਏ। ਜਿਸ ਵੇਲੇ ਵੇਖਿਆ ਕਿ ਮੈਨੂੰ ਬੁਖਾਰ ਹੋਇਆ ਹੈ ਤੇ ਉਸੇ ਵੇਲੇ ਆਪਣੇ ਸੇਵਕ ਸੰਤ ਤੇਜਾ ਸਿੰਘ ਨੂੰ ਕਹਿਣ ਲੱਗੇ ਕਿ ਕਾਕੇ ਨੂੰ ਮਾਲਿਸ਼ ਕਰਕੇ ਤੇ ਖੂਹ 'ਤੇ ਲਿਜਾ ਕੇ ਇਸ਼ਨਾਨ ਕਰਾ ਦਿਓ। ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਤੇ ਮੈਨੂੰ ਬੁਖਾਰ ਬਿਲਕੁਲ ਹੀ ਹਟ ਗਿਆ। ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।